ਕੋਈ ਨਹੀਂ ਕਹਿੰਦਾ ਸੀ ਮਾਲਣ ਤੇ ਮਿੰਨੀ ਮਾਂ ਧੀ ਸਨ। ਜਿੱਥੋਂ ਲੰਘਦੀਆਂ ਲੋਕੀ ਇਹੀ ਸਮਝਦੇ ਦੋ ਭੈਣਾਂ ਸਨ। ਮਿੰਨੀ ਗਿੱਠ ਉੱਚੀ ਸੀ ਆਪਣੀ ਮਾਂ ਤੋਂ। ਮਾਲਣੇ ਅੱਖਰਾਂ ਦਾ ਜੋਬਨ ਲੱਦਾ ਏ ਤੇਰੀ ਧੀ ਤੇ। ਆਂਡਣਾ ਗੁਆਂਢਣਾ ਦੀ ਉਸ ਵੱਲ ਵੇਖ ਵੇਖ ਭੁੱਖ ਨਾ ਲੈਂਦੀ ਤੇ ਕੁੜੀ ਜਿਵੇਂ ਸੁੱਚਾ ਮੋਤੀ ਹੋਵੇ, ਜਿਤਨੀ ਸੋਹਣੀ ਉਤਨੀ ਸੁਸ਼ੀਲ। ਮਾਲਣ ਆਪਣੀ ਧੀ ਦੇ ਮੂੰਹ ਵੱਲ ਵੇਖਦੀ ਤੇ ਉਹਨੂੰ ਲੱਗਦਾ ਜਿਵੇਂ ਉਚੜੀ ਪੁਚੜੀ ਉਹ ਆਪ ਹੋਵੇ। ਅਜੇ ਕੱਲ੍ਹ ਦੀ ਤੇ ਗੱਲ ਸੀ, ਉਹ ਖੁਦ ਇੰਜ ਦੀ ਇੰਜ ਹੁਸਨ ਦੇ ਸਿਖਰ ਤੇ ਸੀ ਤੇ ਉਹ ਸੋਚਦੀ ਹੁਣ ਵੀ ਉਹਦਾ ਕੀ ਵਿਗੜਿਆ ਸੀ। ਹੁਣ ਵੀ ਕੋਈ ਪਹਾੜ ਕੱਟ ਕੇ ਉਸ ਵਾਸਤੇ ਨਹਿਰ ਵਿਛਾਉਣ ਲਈ ਬੇਤਾਬ ਸੀ। ਹੁਣ ਵੀ ਕੋਈ ਝਨਾ ਤਰਨ ਲਈ ਉਸ ਵਾਸਤੇ ਬੇਕਰਾਰ ਸੀ। ਇਹ ਕੌਣ ਉਹਨੂੰ ਅੱਜ ਯਾਦ ਆ ਰਿਹਾ ਸੀ? ਮੋਤੀਆਂ ਦਾ ਵਪਾਰੀ। ਕਿਉਂ ਉਹਦੀਆਂ ਪਲਕਾਂ ਅੱਜ ਭਿੱਜ ਜਾਂਦੀਆਂ ਸਨ। ਉਹਦੀ ਧੀ ਹੁਣ ਜਵਾਨ ਹੋ ਰਹੀ ਸੀ। ਹੁਣ ਉਸਨੂੰ ਇਹ ਕੁਛ ਨਹੀਂ ਸੀ ਸੋਭਦਾ। ਸਾਰੀ ਉਮਰ ਸੰਭਲ ਤੁਰੀ। ਅੱਜ ਇਹ ਕਿਸੇ ਵਹਿਣਾਂ ਵਿੱਚ ਉਹ ਵਹਿੰਦੀ ਚਲੀ ਜਾ ਰਹੀ ਸੀ। ਨਹੀਂ, ਅਗਲੇ ਹਫ਼ਤੇ ਮਿੰਨੀ ਆਪਣੀ ਜਾਈ ਦਾ ਉਸ ਕਾਜ ਰਚਾਣਾ ਸੀ। ਨਹੀਂ, ਪਾਸੋਂ ਮੇਰੀ ਪਰਮ ਪਿਆਰੀ, ਇੱਕ ਪਲ ਨਾ ਵਿਸਾਰੀ। ਕੱਲ੍ਹ ਉਸ ਚਿੱਠੀ ਲਿਖੀ ਸੀ। ਹਰ ਵਾਰ ਉਹ ਆਉਂਦਾ ਉਹਨੂੰ ਇਹ ਉਂਝ ਦਾ ਉਂਝ ਤੋਰ ਦਿੰਦੀ। ਅੱਖੀਆਂ ਮੀਟ ਕੇ ਉਸਦੇ ਆਪਣਾ ਬੂਹਾ ਪੀੜ ਲੈਂਦੀ। ਪਰ ਉਹ ਸੀ ਕਿ ਇੱਕ ਪਲ ਵੀ ਉਸ ਨਹੀਂ ਵਿਸਾਰਿਆ ਸੀ। ਮਾਲਣ ਉਸਦੀ ਜਿੰਦ ਜਾਨ ਸੀ। ਇੱਕ ਛਿਨ ਉਸਨੂੰ ਚੈਨ ਨਹੀਂ ਸੀ ਇਹਦੇ ਬਿਨਾਂ। ਤੇ ਸਾਰੀ ਉਮਰ ਉਸ ਕੱਟ ਲਈ ਸੀ ਇਸੇ ਦੀ ਉਡੀਕ ਵਿੱਚ, ਸਹਿ ਕੇ ਤੜਫ ਕੇ ਕੁਰਲਾ ਕੇ ਸਾਰੀ ਉਮਰ। ਤੇ ਹੁਣ ਪਰਛਾਵੇਂ ਢਲ ਰਹੇ ਸਨ, ਕਾਲਾਂ ਪੈ ਰਹੀਆਂ ਸਨ। ਭਾਵੇਂ ਕਦੋਂ ਪੰਛੀ ਉੱਡ ਜਾਵੇ। ਬਾਲਣ ਸੋਚਦੀ ਅੱਜ ਰਾਤ ਉਹ ਜ਼ਰੂਰ ਆਵੇਗਾ। ਸਰਦ ਪੁੰਨਿਆਂ ਦੀ ਰਾਤ ਉਹ ਜ਼ਰੂਰ ਇਹਦੇ ਦਰਵਾਜ਼ੇ ਨੂੰ ਟਕੋਰਦਾ ਸੀ। ਸਾਲਾਂ ਬੱਧੀ ਟਕੋਰਦਾ ਆ ਰਿਹਾ ਸੀ। ਕਦੀ ਵੀ ਤੇ ਇਸ ਆਪਣੇ ਦਰ ਉਸ ਲਈ ਨਹੀਂ ਖੋਲ੍ਹੇ। ਤੇ ਫਿਰ ਮਾਲਣ ਨੂੰ ਕਈ ਵਰ੍ਹੇ ਪਹਿਲੀ ਸਰਦ ਪੁੰਨਿਆਂ ਦੀ ਉਹ ਰਾਤ ਯਾਦ ਆਉਣ ਲੱਗ ਪਈ, ਜਦੋਂ ਅੰਬੀ ਹੇਠ ਨੱਚਦੀ ਦੀ ਇਸਦੀ ਚੁੰਨੀ ਉਸਦੀ ਬਾਂਹ ਨਾਲ ਵੱਟ ਗਈ ਸੀ ਤੇ ਸਿਰੋਂ ਨੰਗੀ ਇਹ ਉਹਦੇ ਸਾਹਮਣੇ ਲਿਫ ਪਈ ਸੀ। ਫਿਰ ਇਹਦੀ ਚੁੰਨੀ ਇਹਦੇ ਮੋਢਿਆਂ ਤੇ ਆਣ ਰੱਖੀ ਸੀ। ਇਨ ਬਿਨ ਉਂਝ ਆਪਣਾ ਦੁਪੱਟਾ ਅੱਜ ਇਸ ਮੋਢਿਆਂ ਤੇ ਰੱਖਿਆ ਹੋਇਆ ਸੀ ਤੇ ਮਾਲਣ ਸਿਰ ਤੋਂ ਲੈ ਕੇ ਪੈਰਾਂ ਤੀਕ ਕੰਬ ਗਈ। ਸਾਹਮਣੇ ਗਲੀ ਵਿੱਚ ਮਿੰਨੀ ਆ ਰਹੀ ਸੀ, ਜਿਵੇਂ ਸਰੂ ਦਾ ਬੂਟਾ ਹੋਵੇ, ਉੱਚੀ ਲੰਮੀ ਤੇ ਗੋਰੀ, ਹੱਥ ਲਾਇਆ ਮੈਲੀ ਹੁੰਦੀ, ਮੂੰਹ ਸਿਰ ਲਪੇਟਿਆ, ਅੱਖੀਆਂ ਨੀਵੀਆਂ ਪਾਈ। ਮਜਾਲ ਹੈ ਕਿਸੇ ਉਹਦਾ ਉੱਚਾ ਬੋਲ ਵੀ ਸੁਣਿਆ ਹੋਵੇ। ਮੰਦਰ ਤੋਂ ਮੁੜ ਰਹੀ, ਭਗਵਾਨ ਅੱਗੇ ਹੱਥ ਜੋੜ ਕੇ ਉਹਦੇ ਦਿਲ ਦੀ ਮੁਰਾਦ ਪੂਰੀ ਹੋ ਜਾਵੇ। ਰੱਬ ਸਭ ਮੁਰਾਦ ਪੂਰੀ ਕਰੇ। ਤੇ ਮਾਲਣ ਆਪ ਹੀ ਆਪ ਮੁਸਕਰਾਉਣ ਲੱਗ ਪਈ, ਜਿਵੇਂ ਕਿਸੇ ਦੀ ਕੁਤਕੁਤਾੜੀ ਨਿਕਲ ਜਾਏ। ਉਹਦੇ ਮਨ ਦੀ ਕੀ ਮੁਰਾਦ ਸੀ? ਮਾਂ ਲਹਿਜੀ ਅੱਜ ਨਹੀਂ ਆਏ? ਮਿੰਨੀ ਮਾਂ ਤੋਂ ਪੁੱਛ ਰਹੀ ਸੀ। ਤੇਰੇ ਲਹੌਜੀ ਨੇ ਅੱਜ ਨਹੀਂ ਆਉਣਾ। ਉਹ ਤੇ ਕੱਲ੍ਹ ਵੀ ਪਹੁੰਚ ਜਾਏ ਤਾਂ ਲੱਖ ਸ਼ੁਕਰ। ਕਿਤਨੀ ਸਾਰੀ ਬਜਾਜੀ ਤੇ ਕਿਤਨਾ ਸਾਰਾ ਮਾਲ ਉਸ ਖਰੀਦਣਾ ਏ। ਵਿਆਹ ਗਿਆ ਵਿੱਚ ਚੀਜ਼ ਵੱਧ ਜਾਏ ਤੇ ਚੰਗੀ, ਘਟ ਗਈ ਦਾ ਬਗੋਚਾ ਹੁੰਦਾ ਏ। ਮਾਲਣ ਧੀ ਨੂੰ ਸਮਝਾ ਰਹੀ ਸੀ। ਮਿੰਨੀ ਚੁੱਲ੍ਹੇ ਚੌਂਕੇ ਦੇ ਆਹਰ ਲੱਗਣ ਤੋਂ ਪਹਿਲਾਂ ਤਾਵਲੀ ਆਈ ਤੇ ਆਪਣੀ ਮਕੈਸ਼ ਵਾਲੀ ਚੁੰਨੀ ਮਾਂ ਦੇ ਮੋਢਿਆਂ ਤੇ ਰੱਖ ਉਹਦਾ ਦੁਪੱਟਾ ਲਾ ਕੇ ਲੈ ਗਈ, ਕਿਤੇ ਉਹਦੀ ਰੇਸ਼ਮੀ ਚੁੰਨੀ ਮੈਲੀ ਨਾ ਹੋ ਜਾਵੇ। ਕਿਤਨੀ ਮਹੀਨ ਮਕੈਸ਼ ਉਸ ਟੁੱਕੀ ਸੀ ਚੁੰਨੀ ਤੇ। ਕਾਲਾਂ ਪੈ ਰਹੀਆਂ ਸਨ। ਕੱਲ੍ਹ ਮਗੱਲੀ ਵਿਹੜੇ ਵਿੱਚ ਬੈਠੀ ਮਾਲਣ ਸੋਚਾਂ ਵਿੱਚ ਗਦੂੜ ਹੋ ਗਈ। ਕਈ ਜੰਦਰ ਬੜਾ ਮਹੀਨਾ ਆਟਾ ਪੀਂਦੇ ਨੇ। ਮਾਲਣ ਸੋਚਦੀ ਉਹ ਵੀ ਤੇ ਇੱਕ ਚੱਕੀ ਵਾਂਗਰ ਸੀ, ਜਿਹੜੀ ਸਾਰੀ ਉਮਰ ਆਪਣੇ ਧੁਰੇ ਤੇ ਚੱਲਦੀ ਰਹੀ। ਕਦੀ ਵੀ ਤੇ ਉਹਦੀ ਚਾਲ ਨਹੀਂ ਥੜਕੀ ਸੀ। ਆਪਣੇ ਆਪ ਦਾ ਉਸ ਮਲੀਦਾ ਕਰ ਸੁੱਟਿਆ ਸੀ। ਪੀ ਕੇ ਸੁੱਟ ਪਾਇਆ ਸੀ ਆਪਣੇ ਆਪ ਨੂੰ ਉਸ। ਪੂਰੇ ਚਾਂਦਨੀ ਛਣ ਕੇ ਉਹਦੇ ਉੱਤੇ ਪੈਣ ਲੱਗ ਗਈ। ਇਹ ਕਿਹੇ ਵਹਿਣਾਂ ਵਿੱਚ ਅੱਜ ਉਹ ਵਹਿੰਦੀ ਜਾ ਰਹੀ ਸੀ। ਮਾਲਣ ਨੂੰ ਲੱਗਦਾ ਜਿਵੇਂ ਇੱਕ ਨਸ਼ਾ ਉਸਨੂੰ ਚੜ੍ਹ ਰਿਹਾ ਹੋਵੇ। ਪੂਰੇ ਚਾਂਦਨੀ ਹਮੇਸ਼ਾ ਉਸ 'ਤੇ ਇੱਕ ਜਾਦੂ ਜਿਹਾ ਕਰ ਦਿੰਦੀ ਸੀ। 4 ਦਿਨ ਤੇ ਇਸ ਵਿਹੜੇ ਵਿੱਚ ਗੀਤ ਬੈਠਣਗੇ, ਮਾਲਣ ਸੋਚ ਰਹੀ ਸੀ। ਤੇ ਫਿਰ ਮਹਿੰਦੀ ਰਚਾਈ ਜਾਵੇਗੀ। ਫਿਰ ਮਿੰਨੀ ਦੁਲਹਨ ਬਣੇਗੀ। ਸਿਰ ਤੋਂ ਲੈ ਕੇ ਪੈਰਾਂ ਤੀਕ ਗਹਿਣਿਆਂ ਨਾਲ ਸੱਜੇਗੀ। ਲਾਲ ਜੋੜੇ ਵਿੱਚ ਕਿਹੋ ਜਿਹੀ ਵਹੁਟੀ ਲੱਗੇਗੀ ਮਿੰਨੀ। ਤੇ ਫਿਰ ਕੋਈ ਘੋੜੇ ਤੇ ਚੜ੍ਹ ਕੇ ਆਵੇਗਾ ਤੇ ਡੋਲੀ ਵਿੱਚ ਪਾ ਕੇ ਉਹਨੂੰ ਲੈ ਜਾਵੇਗਾ ਆਪਣੇ ਘਰ, ਆਪਣੀ ਅਟਾਰੀ ਵਿੱਚ, ਤੇ ਉਹਦੀਆਂ ਤਲੀਆਂ ਨੂੰ ਚੁੰਮ ਕੇ ਉਹਦੀ ਮਹਿੰਦੀ ਦਾ ਸਾਰਾ ਰੰਗ ਚੁੰਮ ਲਵੇਗਾ। ਮਾਲਣ ਸੋਚਦੀ ਅਜੇ ਤੱਕ ਕੱਲ੍ਹ ਦੀ ਗੱਲ ਸੀ। ਉਹ ਵੀ ਮਹਿੰਦੀ ਲਾਈ ਸੀ, ਉਹ ਵੀ ਦੁਲਹਨ ਬਣੀ ਸੀ। ਪਰ ਮਿੰਨੀ ਦੇ ਲਹਿਜੀ ਨੇ ਤੇ ਇੱਕ ਵਾਰ ਉਹਦੀਆਂ ਤਲੀਆਂ ਨੂੰ ਚੁੱਕ ਕੇ ਆਪਣੀਆਂ ਬੁੱਲੀਆਂ ਨਾਲ ਨਹੀਂ ਸੀ ਲਾਇਆ। ਇੱਕ ਵਾਰ ਉਸ ਕਦੀ ਉਹਦੇ ਹੱਥਾਂ ਨੂੰ ਚੁੱਕ ਕੇ ਆਪਣੀਆਂ ਅੱਖਾਂ ਨਾਲ ਨਹੀਂ ਸੀ ਛੋਇਆ। ਥੱਕਾ ਟੁੱਟਾ ਕੰਮ ਤੋਂ ਮੁੜਦਾ, ਟੁੱਕਰ ਖਾਂਦਾ ਤੇ ਖਾ ਕੇ ਸੋ ਜਾਂਦਾ।
ਇੱਕ ਪੁੱਤਰ ਦੀ ਲਾਲਸਾ। ਕਦੀ ਕਦੀ ਅੱਧੀ ਰਾਤ ਨੂੰ ਉਹਦੀ ਅੱਖ ਖੁੱਲ੍ਹ ਜਾਂਦੀ, ਉਦੋਂ ਜਦੋਂ ਮਸਾਂ ਅਸਮਾਨ 'ਤੇ ਤਾਰੇ ਗਿਣ ਮਾਲਣ ਨੂੰ ਨੀਂਦਰ ਪੈਂਦੀ ਸੀ। ਤੇ ਫਿਰ ਹਰ ਵਰੇ, ਹਰ ਦੂਜੇ ਵਰੇ ਇਹਨਾਂ ਦੇ ਇੱਕ ਨਾ ਇੱਕ ਧੀ ਆ ਜਾਂਦੀ। ਅਣਚਾਹੀਆਂ ਕੁੜੀਆਂ ਆਪ ਹੀ ਆਪ ਆਉਂਦੀਆਂ, ਆਪ ਹੀ ਆਪ ਤੁਰਦੀਆਂ ਰਹੀਆਂ। ਬਸ ਇੱਕ ਇਹ ਮਿੰਨੀ ਬੱਚੀ ਸੀ, ਬਿਆਰੇ ਦਾ ਬੀ, ਮੋਟੀਆਂ ਕਾਲੀਆਂ ਅੱਖਾਂ, ਮਾਲਣ ਦੀਆਂ ਅੱਖੀਆਂ, ਗੋਰੀਆਂ ਗੱਲਾਂ ਹੇਠਾਂ ਤਿਲ, ਮਾਲਣ ਦਾ ਤਿਲ, ਗਜ ਲੰਬੇ ਵਾਲ, ਮਾਲਣ ਦੇ ਵਾਲ। ਮਾਲਣ ਸੋਚਦੀ ਜਿਵੇਂ ਸਾਰੇ ਜੀਵਨ ਦੀ ਉਸਦੀ ਭੁੱਖ ਨੇ ਉਹਦੀ ਧੀ ਵਿੱਚ ਮੁੜ ਜਨਮ ਲੈ ਲਿਆ ਸੀ, ਆਪਣੀ ਪੂਰਤੀ ਕਰਨ ਲਈ। ਮਾਲਣ ਸੋਚਦੀ ਉਹਦਾ ਹੁਸਨ ਜਿਵੇਂ ਫਿਰ ਸਾਕਾਰ ਹੋ ਗਿਆ ਸੀ। ਉਹਦੀ ਜਾਈ ਵਿੱਚ ਆਪਣਾ ਮੁੱਲ ਪਵਾਉਣ ਲਈ ਮਾਲਣ ਨੂੰ ਹਮੇਸ਼ਾ ਮਹਿਸੂਸ ਹੁੰਦਾ, ਜਿਵੇਂ ਉਹਦੇ ਅੰਗ ਪੋਟੇ ਵਿੱਚ ਇੱਕ ਭੁੱਖ ਵਸੀ ਹੋਵੇ। ਇੱਕ ਪਿਆਸ ਨਾਲ ਉਹਦੀਆਂ ਬੁੱਲੀਆਂ ਬੇਕਰਾਰ ਹੋ ਰਹੀਆਂ ਸਨ। ਪੂਰੇ ਚੰਦ ਦੀ ਰਾਤ ਮਾਲਣ ਤੋਂ ਕਦੀ ਕੁਝ ਖਾਧਾ ਨਹੀਂ ਸੀ ਜਾਂਦਾ, ਤੇ ਮਿੰਨੀ ਕਦੋਂ ਦੀ ਚੁੱਲ੍ਹਾ ਚੌਂਕਾ ਸਾਹਮਣੇ ਡਿਊਟੀ ਦੇ ਦਰਵਾਜ਼ੇ ਨੂੰ ਕੁੰਡੀ ਲਾ ਸੋਫੇ ਵਿੱਚ ਜਾ ਲੇਟੀ ਸੀ। ਰਾਤ ਵੀ ਕਿਤਨੀ ਹੋ ਗਈ, ਚੰਦ ਜਿਵੇਂ ਸਾਰੇ ਦਾ ਸਾਰਾ ਉਹਦੇ ਵਿਹੜੇ ਵਿੱਚ ਆ ਲੱਥਾ ਹੋਵੇ। ਰਾਤ ਠੰਡੀ ਸੀ, ਅਜੇ ਠੰਡ ਕਿੱਥੇ, ਉਂਝ ਹੀ ਸੁਖਾਵਾਂ ਪਾਲਾ ਸੀ। ਪੂਰੇ ਚੰਦ ਦੀ ਰਾਤ, ਕੱਲਾ ਵਿਹੜਾ। ਮਾਲਣ ਸੋਚਦੀ ਉਹ ਕਿਉਂ ਇੰਝ ਬੈਠੀ ਸੀ, ਕਿਸ ਦੀ ਉਡੀਕ ਵਿੱਚ। ਮਿੰਨੀ ਅੰਦਰ ਸੋ ਚੁੱਕੀ ਸੀ। ਮਿੰਨੀ ਦੇ ਲਹੌਜੀ ਨੇ ਅੱਜ ਹੀ ਕਿਉਂ ਸ਼ਹਿਰ ਜਾਣਾ ਸੀ। ਪੁੰਨਿਆ ਵਾਲੀ ਰਾਤ 'ਤੇ ਉਹ ਆਪਣੇ ਆਪ ਨੂੰ ਡਕ ਰੱਖਦੀ ਸੀ, ਤੇ ਮਾਲਣ ਨੇ ਮਕੈਸ਼ ਪਰੁਚੀ ਮਿੰਨੀ ਦੀ ਸੁੱਚੀ ਚੁੰਨੀ ਨਾਲ ਆਪਣਾ ਮੂੰਹ ਸਿਰ ਵਕਰੇਟ ਲਿਆ। ਚਾਂਦਨੀ ਵਿੱਚ ਲਿਸ਼ਕ ਪੈਂਦੇ ਮਕੈਸ਼ ਦੇ ਦਾਣੇ। ਉਹਨੂੰ ਲੱਗਾ ਜਿਵੇਂ ਅਸਮਾਨ ਦੇ ਤਾਰੇ ਉਹਦੇ ਵਾਲਾਂ ਵਿੱਚ ਆ ਲੱਥੇ ਹੋਣ, ਉਹਦੀਆਂ ਪਲਕਾਂ 'ਤੇ, ਉਹਦੀਆਂ ਗੱਲਾਂ 'ਤੇ, ਉਹਦੇ ਮੋਢਿਆਂ ਨਾਲ ਆ ਕੇ ਖੇਡਣ ਲੱਗ ਪਏ ਹੋਣ। ਸਾਹਮਣੇ ਅੰਬੀ 'ਤੇ ਫਿਰ ਕੋਈ ਪੰਛੀ ਆ ਕੇ ਬੋਲ ਰਿਹਾ ਸੀ, ਹੁੱਕ। ਸਾਰੀ ਰਾਤ ਇੰਜ ਪੁਕਾਰਦਾ ਰਹੇਗਾ। ਪੁੰਨਿਆ ਦੀ ਸਾਰੀ ਰਾਤ, ਸਾਰੀ ਆਯੂ ਇੰਜ ਪੁਕਾਰਦਾ ਰਿਹਾ ਸੀ, ਤੇ ਜਿਸ ਨੇ ਆਉਣਾ ਸੀ ਉਹ ਨਹੀਂ ਸੀ ਆਇਆ। ਕਿੰਨਾ ਵਹਿਣਾਂ ਵਿੱਚ ਅੱਜ ਉਹ ਵਹਿੰਦੀ ਜਾ ਰਹੀ ਸੀ। ਮਾਲਣ ਸੋਚਦੀ ਸ਼ਾਇਦ ਇਸ ਲਈ ਕਿ ਉਹ ਇਕੱਲੀ ਸੀ। ਇਕੱਲੀ ਕਿਉਂ? ਅੰਦਰ ਮਿੰਨੀ ਉਹਦੀ ਜਵਾਨ ਜਹਾਨ ਧੀ ਸੁੱਤੀ ਸੀ। ਅਗਲੇ ਹਫ਼ਤੇ ਜਿਸਦਾ ਉਸਨੇ ਕਾਜ ਰਚਾਣਾ ਸੀ, 7 ਦਿਨ ਹੋਰ ਤੇ ਉਹ ਚਲੀ ਜਾਏਗੀ। ਤੇ ਸੋਚਦੀ ਫਿਰ ਉਹ ਇਕੱਲੀ ਰਹਿ ਜਾਵੇਗੀ। ਐਡਾ ਵੱਡਾ ਵਿਹੜਾ ਤੇ ਉਹ ਇਕੱਲੀ। ਮਾਲਣ ਦਾ ਅੰਗ ਲਰਜ਼ ਗਿਆ। ਇਹ ਵਿਹੜਾ ਉਸਨੂੰ ਖਾਣ ਨੂੰ ਪਿਆ ਕਰੇਗਾ। ਮਿੰਨੀ ਕਿਉਂ ਇਹਦੇ ਆਵੇਗੀ? ਉਹ ਤੇ ਆਪਣਾ ਵਿਹੜਾ ਵਸਾਏਗੀ। ਪਿੰਡ ਦੇ ਚੌਧਰੀ ਦੀ ਨੂੰਹ ਉਹ ਤੇ ਆਪਣੇ ਵਿਹੜੇ ਦਾ ਸ਼ਿੰਗਾਰ ਬਣੇਗੀ। ਤੇ ਮਾਲਣ ਸੋਚਦੀ ਉਹ ਇਕੱਲੀ ਰਹਿ ਜਾਏਗੀ, ਕੱਲ ਮਕੱਲੀ। ਮਿੰਨੀ ਦੇ ਲਹੌਜੀ ਨੇ ਸਾਰੀ ਉਮਰ ਸੂਤ ਸੌਦੇ ਵਿੱਚ ਕੱਢ ਲਈ ਸੀ। ਇੱਕ ਮੁੱਕ ਦੌੜ ਘਰ ਦਾ ਮਰਦ ਸ਼ਾਮ ਨੂੰ ਹਰ ਰੋਜ਼ ਹਾਰ ਕੇ ਜਿਵੇਂ ਆਉਂਦਾ ਸੀ, ਤੇ ਬੇਹਾਲ ਹੋਇਆ ਆਪਣੀ ਮੰਜੀ 'ਤੇ ਢੇਰੀ ਹੋ ਜਾਂਦਾ ਸੀ। ਕਈ ਵਾਰ ਉਹਨੂੰ ਇਹ ਕਹਿੰਦੀ, ਇਤਨਾ ਖਜਲਨ ਕਾਨੂੰ ਉਸਨੇ ਇਤਨੇ ਪੁਆੜੇ ਪਾਏ ਹੋਏ ਸਨ, ਪਰ ਉਸਨੂੰ ਨਹੀਂ ਸੀ ਕੋਈ ਗੱਲ ਪੁੱਟਦੀ। ਮਾਲਣ ਝੱਟ ਦੇ ਝੱਟ ਲਈ ਅੰਦਰ ਸੋਫੇ ਵਿੱਚ ਗਈ। ਮਿੰਨੀ ਸੱਚਮੁੱਚ ਸੌ ਚੁੱਕੀ ਸੀ। ਅਲੜ ਜਵਾਨੀ ਦੀ ਨੀਂਦਰ ਕੋਕ ਸੁੱਤੀ ਪਈ ਸੀ। ਲਾਲ ਚੂੜੀਆਂ ਨੂੰ ਲਾ ਕੇ ਸਿਰਹਾਣੇ ਰੱਖ ਕੇ ਸੌ ਗਈ ਸੀ। ਕਿੱਥੇ ਚੂੜੀਆਂ ਧਰੀਆਂ ਸਨ ਉਹਨੇ, ਜਿਵੇਂ ਪਾਸਾ ਪਰਤੇਗੀ ਕੜ ਚੂੜੀਆਂ ਟੁੱਟ ਜਾਣਗੀਆਂ। ਤੇ ਮਾਲਣ ਨੇ ਸੋਚਿਆ ਚੁੱਕ ਕੇ ਚੂੜੀਆਂ ਸਾਹਮਣੇ ਕਾਂਸ ਉੱਤੇ ਰੱਖ ਦੇਵੇ, ਪਰ ਉਸਤੇ ਚੂੜੀਆਂ ਨੂੰ ਪਾ ਲਿਆ ਸੀ। ਕਾਂਸ 'ਤੇ ਸੰਭਾਲਣ ਦੀ ਥਾਂ ਉਸਨੇ ਚੂੜੀਆਂ ਨੂੰ ਆਪਣੀਆਂ ਕਲਾਈਆਂ ਉੱਤੇ ਸਜਾ ਲਿਆ ਸੀ। 6 ਇੱਕ ਪਾਸੇ ਤੇ 6 ਦੂਜੇ ਪਾਸੇ ਲਿਸ਼ ਕਰਦੀਆਂ ਚੂੜੀਆਂ। ਅਜੇ ਤੇ ਕੱਲ੍ਹ ਹੀ ਮਿੰਨੀ ਨੇ ਗਲੀ ਵਿੱਚ ਬਹਿ ਕੇ ਚੂੜੀਆਂ ਵਾਲੇ ਤੋਂ ਚੜਾਈਆਂ ਸਨ। ਤੇ ਮਾਲਣ ਮੁੜ ਬਾਹਰ ਵਿਹੜੇ ਵਿੱਚ ਆ ਗਈ। ਸਿਰ 'ਤੇ ਰੇਸ਼ਮੀ ਮੁਕੈਸ਼, ਪਰੁਚੀ ਚੁੰਨੀ, ਵੀਣੀਆਂ ਤੇ ਲਾਲ ਚੂੜੀਆਂ। ਪੂਰੇ ਚੰਦ ਦੀ ਰਾਤ ਮਾਲਣ ਨੂੰ ਲੱਗਾ ਜਿਵੇਂ ਇੱਕ ਐਂਠਣ ਜਿਹੀ ਉਸਦੀ ਅੰਗ ਵਿੱਚ ਫੈਲਦੀ ਜਾ ਰਹੀ ਸੀ। ਫਿਰ ਉਹਦੀ ਡਿਊਟੀ ਦਾ ਦਰਵਾਜ਼ਾ ਕਿਸੇ ਠੁਕਰਾਇਆ। ਉਹ ਸੀ, ਪੋਲੇ ਜਿਹੇ ਝਿਜਕਦਾ ਹੋਇਆ ਉਹੀ ਸੀ, ਜਿਵੇਂ ਉਸ ਚਿੱਠੀ ਵਿੱਚ ਲਿਖਿਆ ਸੀ। ਆਪਣੇ ਵਕਤ 'ਤੇ ਆ ਪਹੁੰਚਿਆ ਸੀ। ਸਰਦ ਪੁੰਨਿਆ ਦੀ ਰਾਤ ਮੈਂ ਤੇਰਾ ਦਵਾਰ ਖਟਖਟਾਵਾਂਗਾ। ਤੇਰੀ ਮਰਜ਼ੀ ਹੋਵੇ ਖੋਲ ਦੇਵੀਂ, ਤੇਰੀ ਮਰਜ਼ੀ ਹੋਵੇ ਬੂਹਾ ਨਾ ਖੋਲੀ। ਤੇਰਾ ਦਰਵਾਜ਼ਾ ਖਟਕਾਉਣ ਦਾ ਮੇਰਾ ਹੱਕ ਉਂਝ ਦਾ ਉਂਝ ਬਣਿਆ ਹੋਇਆ ਹੈ। ਠਕ। ਅਤਿਅੰਤ ਮਧੁਰ ਪਿਆਰੀ ਜਿਹੀ ਇਹ ਦਸਤਕ ਉਸੇ ਦੀ ਸੀ, ਉਹੀ ਸੀ। ਚਾਨਣੀ ਰਾਤ ਦਾ ਚੋਰ ਤੇ ਇੱਕਦਮ ਚੰਨ ਘਨੇ ਕਾਲੇ ਬੱਦਲ ਦੇ ਓਲੇ ਹੋ ਗਿਆ। ਹਨੇਰਾ ਛਾ ਗਿਆ ਸੀ ਚੜ੍ਹਾਂ ਪਾਸੇ, ਜਿਵੇਂ ਕਿਸੇ ਸਹਿਸਾ ਬੱਤੀ ਬੁਝਾ ਦਿੱਤੀ ਹੋਵੇ। ਘੋਰ ਕਾਲੇ ਬੱਦਲਾਂ ਦਾ ਪਹਾੜ ਜਿਹਾ ਚੰਨ ਅੱਗੇ ਆ ਗਿਆ ਸੀ। ਬੱਦਲਾਂ 'ਤੇ ਬੱਦਲ ਜਿਵੇਂ ਚੜ੍ਹੇ ਆ ਰਹੇ ਸਨ, ਤੇ ਕੁੱਪ ਉਸ ਹਨੇਰੇ ਵਿੱਚ ਮਾਲਣ ਦੇ ਕਦਮ ਡਿਊਟੀ ਵੱਲ ਤੁਰ ਪਏ। ਹਨੇਰਾ ਚੱਕਰ ਠੰਡ ਪਸੀਨਾ। ਕੰਬਦੇ ਹੋਏ ਹੱਥ ਪੋਲੇ ਜਿਹੇ ਉਸ ਕੁੰਡੀ ਲਾਈ ਤੇ ਆਪਣੇ ਆਪ ਨੂੰ ਤੜਫ ਰਹੀਆਂ ਬਾਹਾਂ ਵਿੱਚ ਢੇਰੀ ਕਰ ਸੁੱਟਿਆ। ਤੇ ਫਿਰ ਬੁੱਲੀਆਂ ਤੇ ਬੁੱਲੀਆਂ, ਫਿਰ ਦੰਦੀਆਂ ਵਿੱਚ ਦੰਦੀਆਂ। 20 ਸਾਲਾਂ ਦਾ ਰੁਕਿਆ ਹੜ ਜਿਵੇਂ ਹੱਦਾਂ ਬੰਨੇ ਤੋੜ ਕੇ ਵਗ ਤੁਰਿਆ। ਜਿਵੇਂ ਕੋਈ ਤੂੜੀ ਦਾ ਤੀਲਾ ਕਿਸੇ
ਬਲੂਣੀ ਦੀ ਲਪੇਟ ਵਿੱਚ ਆ ਜਾਏ। ਮਾਲਣ ਨੂੰ ਨਹੀਂ ਸੀ ਪਤਾ ਕਦੋਂ ਤੁਰਦੇ ਤੁਰਦੇ ਉਹ ਪਿੰਡ ਦੇ ਬਾਹਰ ਬੋੜੀ ਹੇਠ ਜਾ ਖਲੋਤੇ। ਕਿਤਨਾ ਚਿਰ ਉੱਥੇ ਖਲੋਤੇ ਰਹੇ। ਮਾਲਣ ਨੂੰ ਨਹੀਂ ਪਤਾ ਸੀ ਕਦੋਂ ਉਹ ਬੋੜੀ ਨਾਲ ਲੱਗਦੀ ਪੈਲੀ ਵਿੱਚ ਜਾ ਬੈਠੇ। ਕਿਤਨਾ ਚਿਰ ਲੁਕੇ ਰਹੇ। ਸਰਗੀ ਵੇਲੇ ਦੀ ਗੱਡੀ ਦੂਰ ਸੜਕੋਂ ਚੀਕਦੀ ਚਿਚਲਾਂਦੀ ਗੁਜ਼ਰ ਰਹੀ ਸੀ ਕਿ ਉਸਦੀ ਅੱਖ ਖੁੱਲ੍ਹੀ ਤੇ ਮਾਲਣ ਮਲਕੜੇ ਹੀ ਉਸਦੀਆਂ ਬਾਹਾਂ ਵਿੱਚੋਂ ਤਿਲਕ ਕੇ ਮੂੰਹ ਸਿਰ ਲਵੇਟੀ ਤਾਵਲੇ ਕਦਮ ਆਪਣੇ ਘਰ ਮੁੜ ਆਈ। ਚੂੜੀਆਂ ਨੂੰ ਲਾ ਕੇ ਉਸ ਉਂਝ ਦਾ ਉਂਝ ਮਿੰਨੀ ਦੇ ਸਰਾਣੇ ਰੱਖਿਆ। ਉਹਦੀ ਰੇਸ਼ਮੀ ਚੁੰਨੀ ਉਹਦੀ ਮੰਜੀ ਤੇ ਸੁੱਟੀ ਤੇ ਆਪਣਾ ਦੁਪੱਟਾ ਲੈ ਸਾਹਮਣੇ ਬਿਸਤਰੇ ਵਿੱਚ ਜਾ ਲੇਟੀ। ਮਾਲਣ ਆਪਣੇ ਪਲੰਘ ਤੇ ਆ ਕੇ ਪਈ ਤੇ ਉਹਦੀ ਅੱਖ ਲੱਗ ਗਈ। ਇੰਜ ਤੇ ਉਹਨੂੰ ਕਦੀ ਵੀ ਨੀਂਦਰ ਨਹੀਂ ਸੀ ਆਈ ਜਿਵੇਂ ਸਾਰੀ ਉਮਰ ਦਾ ਕਿਸੇ ਦਾ ਜਗਰਾਤਾ ਹੋਵੇ। ਧੁੱਪਾਂ ਚੜ੍ਹ ਗਈਆਂ ਸਨ ਤੇ ਕਿਤੇ ਉਹਦੀ ਅੱਖ ਖੁੱਲ੍ਹੀ। ਕਿਵੇਂ ਕੁੜੀਆਂ ਚਿੜੀਆਂ ਵਾਂਗ ਅੱਜ ਤੂੰ ਸੁੱਤੀ ਐ ਮਾਂ, ਮਿੰਨੀ ਨੇ ਉਸਨੂੰ ਛੇੜਿਆ। ਜਹਾਨ ਦੀ ਉਸ ਘਰ ਦੀ ਝਾੜ ਪੂੰਝ ਚੁੱਲ੍ਹਾ ਚੌਂਕਾ ਸਭ ਖਤਮ ਕਰ ਲਿਆ ਸੀ ਤੇ ਨਹਾ ਧੋ ਕੇ ਹੁਣ ਮੰਦਰ ਜਾ ਰਹੀ ਸੀ। ਮੋਤੀਏ ਦੀਆਂ ਕਲੀਆਂ ਚੁੰਨੀ ਦੀ ਚੂਕ ਵਿੱਚ ਬੰਦੀਆਂ ਆਪਣੇ ਇਸ਼ਟ ਦੀ ਭੇਂਟ ਕਰਨ ਲਈ। ਮਿੰਨੀ ਅੱਖੀਓਂ ਓਲੇ ਹੋਈ ਤੇ ਮਾਲਣ ਅਲਸਾਈ ਹੋਈ ਲੱਖ ਸੁਪਨੇ ਪਲਕਾਂ ਵਿੱਚ ਲਟਕਾਈ ਸਾਹਮਣੇ ਵਿਹੜੇ 'ਚ ਜਾ ਬੈਠੀ। ਪੂਰੇ ਦੀ ਮਿੱਠੀ ਮਿੱਠੀ ਹਵਾ ਝੁੱਲ ਪਈ ਸੀ। ਕੋਸੀ ਕੋਸੀ ਧੁੱਪ ਬਨੇਰੇ ਤੋਂ ਹੇਠਾਂ ਉਤਰ ਆਈ ਸੀ। ਇੱਕ ਹਲਕਾ ਜਿਹਾ ਖੁਮਾਰ ਸੀ ਲਾਭ ਚਾਮ ਵਿੱਚ। ਮਾਲਣ ਨੂੰ ਲੱਗਦਾ ਜਿਵੇਂ ਉਹ ਦੰਦੋ ਦੰਦ ਦੁੱਧ ਦੀ ਭਰੀ ਕਟੋਰੀ ਹੋਵੇ। ਦੁੱਧ ਤੇ ਉਸ ਉੱਤੇ ਤਰ ਰਹੀਆਂ ਚੰਬੇ ਦੀਆਂ ਕਲੀਆਂ ਇੱਕ ਨੁਮਾਦ ਜਿਹੀ ਵਿੱਚ ਉਹਦੀਆਂ ਪਲਕਾਂ ਜੁੜ ਜਾਂਦੀਆਂ, ਖੁੱਲ ਜਾਂਦੀਆਂ। ਨੀ ਮਾਲਣੇ, ਕਿੱਥੇ ਵੇ ਤੋਰੀ ਧੀ ਬਲਖੀ, ਜਿਵੇਂ ਉਸਨੂੰ ਆ ਕੇ ਕਿਸੇ ਚਪੇੜ ਕੱਢ ਮਾਰੀ ਹੋਵੇ। ਮਾਲਣ ਦਾ ਤਰਾਹ ਨਿਕਲ ਗਿਆ। ਇਹ ਅਨਰਥ ਕਦੀ ਨਹੀਂ ਕਿਸੇ ਸੁਣਿਆ। 4 ਦਿਨ ਇਹਦੀ ਡੋਲੀ ਨੂੰ ਰਹਿੰਦੇ ਨੇ। ਇੰਝ ਇਹ ਕੁੜੀ ਉੱਦਲ ਪਈ। ਲਾਜੋ ਗੁਆਂਢਣ ਹੱਥ ਮਲਦੀ ਦੇ ਕੋਲ ਆ ਕੇ ਬਹਿ ਗਈ। ਕੀ ਹੋਇਆ ਏ ਮੇਰੀ ਕੁੜੀ ਨੂੰ? ਉਹ ਤੇ ਨਿਰੀ ਪੂਰੀ ਗਊ ਹੈ। ਮਾਲਣ ਪੁੜਕੇ ਕੇ ਅੱਗੋਂ ਪਈ। ਤੇਰੀ ਗਊ ਸਾਰੀ ਰਾਤ ਕੱਲ ਗੂੰ ਖਾਂਦੀ ਰਹੀ ਹੈ। ਮਾਲਣ ਨੇ ਸੁਣਿਆ ਤੇ ਉਸਨੇ ਸੋਤਰ ਸੁੱਕ ਗਏ। ਵੱਡੋ ਤੇ ਵਿੱਚ ਲਹੂ ਨਹੀਂ, ਨੀਲੀ ਪੀਲੀ ਉਹਦਾ ਅੰਗ ਜਿਵੇਂ ਮੁੜ ਰਿਹਾ ਹੋਵੇ। ਉਧਰੋਂ ਰਾਤ ਪਈ, ਉਧਰੋਂ ਸੋਤਾ ਲੱਗਾ ਤੇ ਇਹ ਕਿਸੇ ਔਂਤਰੇ ਨਾਲ ਬਾਹਰ ਨਿਕਲ ਗਈ। ਸਾਰੀ ਰਾਤ ਤੇਰੀ ਡਿਊੜੀ ਖੁੱਲ੍ਹੀ ਰਹੀ। ਮੈਂ ਆਪ ਇਹਨਾਂ ਅੱਖੀਆਂ ਨਾਲ ਵੇਖਿਆ। ਡਿਊੜੀ ਦੇ ਬਾਹਰ ਕਿਸੇ ਦੇ ਕਲਾਵੇ ਵਿੱਚ ਢੇਰੀ ਹੋਈ ਪਈ ਸੀ। ਮੈਂ ਬਾਹਰ ਛੋਟੀ ਕਰਨ ਨਿਕਲੀ ਸੀ ਤੇ ਮੈਂ ਉਂਝ ਦਾ ਉਂਝ ਬੂਹਾ ਪੇੜ ਲਿਆ ਤੇ ਫਿਰ ਇਹ ਪੋਲੇ ਕਦਮ ਬਾਂਹ ਵਿੱਚ ਬਾਂਹ ਪਾਈ ਬਾਹਰ ਖੇਤਾਂ ਵੱਲ ਨਿਕਲ ਗਏ। ਸਾਰੀ ਰਾਤ ਮੇਰੀ ਤੇ ਅੱਖ ਨਹੀਂ ਲੱਗੀ। ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਇੰਝ ਕਦੀ ਅੱਗੇ ਮਾਂ ਪਿਓ ਦਾ ਕਿਸੇ ਮੂੰਹ ਕਾਲਾ ਨਹੀਂ ਕੀਤਾ। ਇੰਝ ਕਦੀ ਕਿਸੇ ਆਪਣੇ ਵਡੇਰਿਆਂ ਦਾ ਪੱਤ ਨਹੀਂ ਲਾਈ। ਅਸੀਂ ਤੇ ਮੂੰਹ ਦੇਣ ਜੋਗੇ ਹੀ ਨਹੀਂ ਰਹੀ ਕਿਤੇ। ਤੇ ਲਾਜੋ ਛੱਜ ਅਥਰੂ ਰੋ ਰਹੀ ਸੀ। ਰੋਈ ਜਾਂਦੀ ਤੇ ਤਲੀਆਂ ਨੂੰ ਮਲੀ ਜਾਂਦੀ। ਮਾਲਣ ਜਿਵੇਂ ਵੱਟੇ ਦਾ ਵੱਟਾ ਹੋਵੇ। ਉਸਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਤੇ ਫਿਰ ਇੰਝ ਕਲਪਦੀ ਲਾਜੋ ਚਲੀ ਗਈ। ਲਾਜੋ ਅਜੇ ਗਈ ਸੀ ਕਿ ਪਿੰਡ ਦਾ ਚੌਂਕੀਦਾਰ ਜੁੰਮਾ ਪਿਛੋਕੜੋਂ ਆਣ ਲੱਥਾ। ਭਾਬੀ ਮਾਲਣੇ, ਕਦੋਂ ਦਾ ਉਹ ਉਹਦੇ ਕੋਲ ਖਲੋਤਾ ਉਸਨੂੰ ਬੁਲਾ ਰਿਹਾ ਸੀ। ਕੀ ਇਹ ਜੁੰਮਿਆ? ਜਿਵੇਂ ਖੂਹ ਵਿੱਚੋਂ ਨਿਕਲੀ ਆਵਾਜ਼ ਹੋਵੇ। ਮਾਲਣ ਜੁੰਮੇ ਚੌਂਕੀਦਾਰ ਨੂੰ ਵਿਹੜੇ ਵਿੱਚ ਖਲੋਤਾ ਵੇਖ ਕੇ ਸੰਭਲਣ ਲੱਗੀ। ਭਾਬੀ ਗੱਲ ਕਰਨ ਵਾਲੀ ਤੇ ਨਹੀਂ, ਪਰ ਕੱਲ੍ਹ ਰਾਤ ਦਾ ਡਾਢਾ ਜ਼ੁਲਮ ਹੋਇਆ ਏ ਇਸ ਪਿੰਡ ਵਿੱਚ। ਮੈਂ ਤੇ ਵਾਲ ਚਿੱਟੇ ਕਰ ਲਏ ਚੌਂਕੀਦਾਰੀ ਕਰਦਿਆਂ। ਅਜਿਹਾ ਹਨੇਰ ਮੈਂ ਕਦੀ ਨਹੀਂ ਵੇਖਿਆ। ਤੇਰੀ ਧੀ ਮਿੰਨੀ ਉਸ ਨਾਲ ਬੋੜੀ ਹੇਠ ਮੂੰਹ ਕਾਲਾ ਕਰਦੀ ਰਹੀ। ਰਾਤ ਚਾਂਦਨੀ ਸੀ ਪਰ ਬੱਦਲ ਆਖਰਾਂ ਤੇ ਚੜ੍ਹੇ ਹੋਏ ਸਨ। 2 ਵਾਰ ਮੈਂ 10 ਕਦਮ ਦੀ ਵਿੱਥ ਤੇ ਇਹਨਾਂ ਦੇ ਕੋਲੋਂ ਗੁਜ਼ਰ ਗਿਆ। ਦੰਦੀਆਂ ਵਿੱਚ ਦੰਦੀਆਂ ਜਮਾਈ ਇਹ ਇੱਕ ਦੂਜੇ ਨੂੰ ਚੰਬੜੇ ਹੋਏ ਸਨ। ਇਹਨਾਂ ਨੂੰ ਨਹੀਂ ਪਤਾ ਲੱਗਾ। ਬੋੜੀ ਹੇਠ ਖਲੋਤੇ ਥੱਕ ਗਏ ਤੇ ਫਿਰ ਖੇਤ ਵਿੱਚ ਜਾ ਛੁਪੇ। ਮੈਂ ਤੇ ਆ ਕੇ ਸਾਰੀ ਰਾਤ ਤੇਰੇ ਘਰ ਦੀ ਰਾਖੀ ਬੈਠਾ ਰਿਹਾ। ਖੁੱਲ੍ਹੀ ਡਿਊੜੀ। 4 ਦਿਨਾਂ ਨੂੰ ਇਹਦਾ ਵਿਆਹ ਏ। ਵਿਆਹ ਵਾਲਾ ਘਰ ਗਹਿਣੇ ਕੱਪੜੇ ਨਾਲ ਭਰਿਆ ਹੁੰਦਾ ਏ। ਸਰਗੀ ਹੋਈ ਤੇ ਮੈਂ ਇੱਥੋਂ ਹਿੱਲਿਆ। ਪਤਾ ਨਹੀਂ ਕਦੋਂ ਇਹ ਖੇ ਖਾ ਕੇ ਮੁੜੀ ਮੌਤਾਂ ਜੋਗੀ। ਮੈਂ ਤੇ ਇਹਨੂੰ ਕੁੱਛੜ ਖਿਡਾ ਕੇ ਪਾਲਿਆ ਏ। ਮੇਰੀ ਧੀ ਹੁੰਦੀ ਤਾਂ ਮੈਂ ਇਹਦੇ ਸਿਰਮੇ ਖਿੱਚ ਲੈਂਦਾ। ਮੈਂ ਤੇ ਪਿਛਲੀ ਕੰਧ ਟੱਪ ਕੇ ਆਇਆ ਹਾਂ। ਮੈਂ ਸੋਚਿਆ ਕੋਈ ਪੁੱਛੇਗਾ ਤੂੰ ਸਵੇਰੇ ਕਿੱਧਰ ਤੁਰ ਪਿਆ ਏ ਤੇ ਮੈਂ ਕੀ ਜਵਾਬ ਦੇਵਾਂਗਾ। ਮਾਲਣ ਦੇ ਮੂੰਹ 'ਚ ਜ਼ੁਬਾਨ ਨਹੀਂ ਸੀ। ਬਿਟ ਅੱਖੀਆਂ ਡੋਰ-ਪੋਰ ਜੁੰਮੇ ਚੌਂਕੀਦਾਰ ਵੱਲ ਵੇਖ ਰਹੀ ਸੀ ਤੇ ਜੁੰਮਾ ਜਿਸ ਰਾਹ ਆਇਆ ਉਸੇ ਰਾਹ ਕੰਧ ਟੱਪ ਕੇ ਮੁੜ ਗਿਆ। ਸਿਰ ਜੁੰਮਾ ਗਿਆ ਤੇ ਸਾਹਮਣੇ ਗਲੀ ਵਿੱਚੋਂ ਰਤਨਾ ਜ਼ਿਮੀਦਾਰ ਸ਼ੂਕ ਦਾ ਫੁਕਾਰਦਾ ਜਿਤਨੀ ਉੱਚੀ ਡਾਂਗ ਚੁੱਕੀ ਉਹਦੇ ਵਿਹੜੇ ਵਿੱਚ ਆ ਲੱਥਾ। ਕ੍ਰੋਧ ਵਿੱਚ ਉਬਲ ਰਿਹਾ ਸੀ। ਕਿੱਥੇ ਵੇ ਤੇਰੀ ਕੁੜੀ? ਬੂਹੇ ਵਿੱਚੋਂ ਵੜਦਿਆਂ ਹੀ ਉਹ ਗੱਜਿਆ। ਕਿੱਥੇ ਐ ਕੰਜਰੀ ਛਲਾਨ? ਮੇਰਾ ਹੀ ਖੇਤ ਰਹਿ ਗਿਆ ਸੀ ਇਸ ਲਈ ਗੂੰ ਖਾਣ ਨੂੰ। ਰਤਨਾ ਕੁੱਦ ਪੈ ਰਿਹਾ ਸੀ। ਇੱਕ ਜੁੱਤੀ ਲਾਂਦਾ ਤੇ ਇੱਕ ਪਾਉਂਦਾ। ਮਨ ਦੇ ਫੱਕੜ ਤੋਲ ਰਿਹਾ ਸੀ। ਸਾਰਾ ਮੁਹੱਲਾ ਉਸ ਇਕੱਠਾ ਕਰ ਲਿਆ।
ਗੁਆਂਢੀ ਬਨੇਰਿਆਂ ਉੱਤੇ ਆਣ ਖਲੋਤੇ ਸਨ। ਮੈਂ ਆਪ ਆਪਣੀਆਂ ਅੱਖਾਂ ਨਾਲ ਵੇਖਿਆ। ਸਰਗੀ ਵੇਲੇ ਮੈਂ ਖੂਹ ਜੋੜਨ ਜਾ ਰਿਹਾ ਸੀ। ਮੈਂ ਆਪ ਆਪਣੀਆਂ ਅੱਖਾਂ ਨਾਲ ਵੇਖਿਆ। ਪਹਿਲੇ ਇਹ ਨਿਕਲੀ ਮੇਰੀ ਪੈਲੀ ਵਿੱਚੋਂ। ਮੈਂ ਕੈਸ਼ ਵਾਲੀ ਚੁੰਨੀ ਵਿੱਚ ਕੱਚੀ ਲਵੇਟੀ। ਮੈਂ ਸੋਚਿਆ ਕੁੜੀ ਸ਼ਾਇਦ ਬਾਹਰ ਬਹਿਣ ਆਈ ਹੈ। ਝੱਟ ਕੁ ਗੁਜ਼ਰਿਆ ਤੇ ਇਹਦਾ ਮੁੰਸ ਕੋਈ ਦੂਜੇ ਬੰਨਿਓ ਹੇਠਾਂ ਲੈ ਗਿਆ। ਕਿਉਂ ਝੂਠ ਬੋਲਦਾ ਹੈ ਚਾਚਾ? ਬਿਜਲੀ ਵਾਂਗ ਕੜਕ ਕੇ ਮੰਨੀ ਭੀੜ ਨੂੰ ਹਟਾਉਂਦੀ ਅੱਗੇ ਵਧੀ। ਕੁਝ ਚਿਰ ਤੋਂ ਮੰਦਰੋਂ ਮੁੜੀ। ਭੀੜ ਪਿੱਛੇ ਖਲੋਤੀ ਉਹ ਸਭ ਕੁਝ ਸੁਣ ਰਹੀ ਸੀ। ਮੈਂ ਝੂਠ ਬੋਲਦਾ ਹਾਂ ਕਮਜਾਤੇ, ਮੈਂ ਝੂਠ ਬੋਲਦਾ ਹਾਂ ਕੁਲਸ਼ਣੀਏ। ਇਹ ਸੂਹੀ ਮੈਂ ਚੂੜੀ ਕਿਸ ਦੀ ਟੁੱਟੀ ਹੈ ਮੇਰੇ ਖੇਤ ਵਿੱਚ, ਤੇ ਮੈਂ ਆਪਣੀ ਚਾਦਰ ਦੀ ਚੂਕ ਨਾਲ ਬੱਧੀ ਲਾਲ ਚੂੜੀ ਉਸ ਮਿੰਨੀ ਦੀ ਤਲੀ ਉੱਤੇ ਰੱਖ ਦਿੱਤੀ। ਇੱਕ ਅੱਖ ਦੇ ਪਲਕਾਰੇ ਵਿੱਚ ਮਿੰਨੀ ਨੇ ਆਪਣੀਆਂ ਕਲਾਈਆਂ ਤੇ ਚੂੜੀਆਂ ਨੂੰ ਗਿਣਿਆ। 11 ਸਨ ਤੇ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਠਿਠਕ ਗਈ ਕਿ ਰਹਿ ਗਈ। ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਫਿਰ ਮੁਹੱਲੇ ਵਾਲੀਆਂ ਅੱਖਾਂ ਹੀ ਅੱਖਾਂ ਨਾਲ ਇੱਕ ਦੂਜੀ ਨੂੰ ਕਹਿਣ ਲੱਗੀਆਂ, ਉਹਨਾਂ ਆਪ ਮੈਨੂੰ ਨੂੰ ਪਿਛਲੇ ਦਿਨ ਚੂੜੀਆਂ ਚੜਾਉਂਦੇ ਵੇਖਿਆ ਸੀ। 10 ਉੱਤੇ 2 ਚੂੜੀਆਂ ਲਾਲ ਰੰਗ ਚੁਣ ਕੇ ਉਸ ਕਢਵਾਇਆ ਸੀ। ਲੋਕਾਂ ਨਾਲ ਵਿਹੜਾ ਭਰ ਗਿਆ ਸੀ। ਫਿਰ ਮਾਲਣ ਦਾ ਕੁੜਮ ਆਇਆ ਭੀੜ ਨੂੰ ਚੀਰਦਾ ਹੋਇਆ। ਉਹਦੇ ਪਿੱਛੇ ਪਿੱਛੇ ਮਿੰਨੀ ਦੀ ਹੋਣ ਵਾਲੀ ਸੱਸ ਸੀ। ਉਹਨਾਂ ਸਾਰੇ ਉਹ ਥਾਲ ਤੇ ਸਾਰੇ ਉਹ ਕੱਪੜੇ ਤੇ ਸਾਰੇ ਉਹ ਨੋਟ ਤੇ ਸਾਰੀਆਂ ਉਹ ਮੁੰਦਰੀਆਂ ਮਾਲਣ ਦੇ ਅੱਗੇ ਆ ਢੇਰੀ ਕੀਤੀਆਂ। ਹੱਕੇ ਬੱਕੇ ਲੋਕ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸਨ। ਔਰਤਾਂ ਮੁੜ ਮੁੜ ਕੰਨਾਂ ਨੂੰ ਹੱਥ ਲਾਉਂਦੀਆਂ ਜਵਾਨ ਜਹਾਨ ਕੁੜੀਆਂ ਨੂੰ ਮੂੰਹ ਵਿੱਚ ਉਂਗਲੀਆਂ ਲਾਈ ਟੁੱਕ ਰਹੀਆਂ ਸਨ। ਤੇ ਫਿਰ ਧੜਮ ਕਰ ਕਿਸੇ ਦੀ ਗੁਆਂਢ ਦੇ ਖੂਹ ਵਿੱਚ ਡਿੱਗਣ ਦੀ ਆਵਾਜ਼ ਆਈ। ਹਰ ਕਿਸੇ ਦਾ ਉੱਤੇ ਦਾ ਸਾਹ ਉੱਤੇ ਤੇ ਹੇਠਾਂ ਦਾ ਹੇਠਾਂ ਰਹਿ ਗਿਆ। ਲੋਕਾਂ ਨੇ ਅੱਗੇ ਪਿੱਛੇ ਵੇਖਿਆ। ਮਾਲਣ ਦੀ ਗਊ ਵਰਗੀ ਸੁਸ਼ੀਲ ਧੀ ਕਿਤੇ ਵੀ ਨਹੀਂ ਸੀ। ਉਹ ਧੀ ਜਿਸ ਦਾ ਉੱਚਾ ਬੋਲ ਕਦੀ ਕਿਸੇ ਨਹੀਂ ਸੀ ਸੁਣਿਆ। ਸੁੱਚਾ ਮੋਤੀ ਜਿਹੜੀ ਸਵੇਰੇ ਸ਼ਾਮ ਭਗਵਾਨ ਅੱਗੇ ਹੱਥ ਜੋੜ ਜੋੜ ਕੇ ਨਹੀਂ ਥੱਕਦੀ ਸੀ, ਉਹ ਧੀ ਕਿਤੇ ਵੀ ਨਹੀਂ ਸੀ। ਤੇ ਲੋਕੀ ਇੱਕ ਸਾਹ ਖੂਹ ਵੱਲ ਦੌੜ ਪਏ। ਮਾਲਣ ਤਖਤੇ ਦਾ ਤਖਤਾ ਉਂਝ ਦੀ ਉਂਝ ਪਈ ਸੀ। ਉਸ ਦਾ ਸੁੰਨਾ ਵਿਹੜਾ ਭਾਂ ਕਰ ਰਿਹਾ ਸੀ। ਆਂਢੀ ਗੁਆਂਢੀ ਅੱਲੇ ਮੁਹੱਲੇ ਵਾਲੇ ਸਾਰੇ ਖੂਹ ਵੱਲ ਦੌੜ ਗਏ ਸਨ। ਕਿਵੇਂ ਕੁੜੀ ਬਚ ਸਕੇ। ਸੋ ਦੋਸਤੋ, ਇਹ ਕਹਾਣੀ ਨੂੰ ਲਿਖਿਆ ਸੀ ਕਰਤਾਰ ਸਿੰਘ ਦੁੱਗਲ ਜੀ ਨੇ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ